ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 16ਵਾਂ। ਰਸਤੇ ਵਿੱਚ ਅਸਾਂ ਦੋਵਾਂ ਨੇ ਕੋਈ ਗੱਲ ਨਾ ਕੀਤੀ। ਜਦੋਂ ਮੈਂ ਸੰਤੋਖ ਸਿੰਘ ਅਲਫਾ ਰਬੜ ਇੰਡਸਟਰੀ ਵਾਲੇ ਦੇ ਮੂੰਹ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਨੂੰ ਕਰ ਰਹੇ ਸਨ। ਉਸਨੇ ਮੈਨੂੰ ਇਹ ਵੀ ਆਖਿਆ ਕਿ ਤੁਸੀਂ ਮੇਰੇ ਸੀਮੈਂਟ ਤੇ ਲੋਹੇ ਦੇ ਟਰੱਕ ਖੂਹ ਵਿੱਚ ਸੁਟਵਾ ਦਿੱਤੇ ਹਨ। ਕਾਰ ਵਿੱਚ ਆਉਂਦਿਆਂ ਹੀ ਉਸਨੇ ਭਵਿੱਖਬਾਣੀ ਕੀਤੀ ਕਿ ਅਵਲ ਤਾਂ ਇਹ ਹਸਪਤਾਲ ਬਣ ਹੀ ਨਹੀਂ ਸਕਦਾ, ਜੇ ਬਣ ਗਿਆ ਤਾਂ ਚੱਲ ਨਹੀਂ ਸਕਦਾ, ਕਿਉਂਕਿ ਇਹੋ ਜਿਹੇ ਗਾਫਲ ਲੋਕ ਅਕਲਮੰਦੀ ਦਾ ਕੰਮ ਕਰ ਹੀ ਨਹੀਂ ਸਕਦੇ। ਹਸਪਤਾਲ ਬਣਾਉਣਾ ਅਤੇ ਚਲਾਉਣਾ ਅਕਲਮੰਦੀ ਨਾਲ ਸੰਬੰਧਿਤ ਹੈ, ਪਰ ਮੈਂ ਵੇਖਿਆ ਹੈ ਕਿ ਇੱਥੇ ਅਨਪੜ੍ਹਤਾ ਦਾ ਜ਼ਿਆਦਾ ਬੋਲਬਾਲਾ ਹੈ। ਇਸ ਲਈ ਹਸਪਤਾਲ ਬਣਨਾ ਤੇ ਚੱਲਣਾ ਨਾਮੁਮਕਿਨ ਹੈ। ਸੱਚਮੁੱਚ ਉਹੋ ਹੀ ਗੱਲ ਹੋਈ। ਹੁਣ ਹਸਪਤਾਲ ਦੀ ਥਾਂ ਸਕੂਲ ਬਣਿਆ ਹੈ। ਕਹਿੰਦੇ ਹਨ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰਨਾ ਮੰਨ ਲਿਆ ਤਾਂ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਦੇ ਕੋਲ ਕੁਝ ਸੱਜਣ ਬੈਠੇ ਸਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਸਨ। ਗੱਲਾਂ ਕਰਦਿਆਂ ਕਰਦਿਆਂ ਲਾਰਡ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਜਿਨਾਹ ਸਾਹਿਬ ਨੇ ਪੁੱਛਿਆ, ਯੂਅਰ ਐਕਸੀਲੈਂਸੀ, ਆਪ ਨੂੰ ਭਾਰਤ ਛੱਡਣ ਦਾ ਬਹੁਤ ਦੁੱਖ ਹੋਇਆ ਲੱਗਦਾ ਹੈ। ਉਸਨੇ ਕਿਹਾ, ਨਹੀਂ ਜਨਾਬ, ਇਸ ਮੁਲਕ ਨੂੰ ਆਜ਼ਾਦ ਕਰ ਦੇਣਾ ਸਾਡੀ ਬਹੁਤ ਸਾਲ ਪਹਿਲਾਂ ਦੀ ਬਣੀ ਹੋਈ ਨੀਤੀ ਅਨੁਸਾਰ ਤੈਅਸ਼ੁਦਾ ਹੈ। ਇਸ ਲਈ ਛੱਡਣ ਦਾ ਅਫਸੋਸ ਕਾਹਦਾ? ਅਫਸੋਸ ਤਾਂ ਇਹ ਹੈ ਕਿ ਇਸ ਮਹਿਲ ਦੀਆਂ ਫਰਸ਼ਾਂ ਤੇ ਵਿਸ਼ੇ ਕਾਲੀਨ ਹਿੰਦੁਸਤਾਨੀਆਂ ਨੇ ਤੇਲ ਡੋਲ ਡੋਲ ਕੇ ਗੰਦੇ ਕਰ ਦੇਣੇ ਹਨ, ਕਿਉਂਕਿ ਇਹ ਹਰ ਵੇਲੇ ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜੀ ਰੱਖਦੇ ਹਨ। ਕਦੇ ਮਾਲਸ਼ ਕਰਨ ਲੱਗ ਪੈਂਦੇ ਹਨ ਤੇ ਕਦੇ ਸਿਰ ਨੂੰ ਲਗਾਉਣ ਲੱਗ ਪੈਂਦੇ ਹਨ, ਹੋਰ ਨਹੀਂ ਤਾਂ ਕੰਨਾਂ ਵਿੱਚ ਵੀ ਪਾਉਣ ਲੱਗ ਪੈਂਦੇ ਹਨ। ਇਹ ਸੋਚ ਕੇ ਹੀ ਮੇਰਾ ਮਨ ਡਹਿਲ ਜਾਂਦਾ ਹੈ, ਹੋਰ ਕੋਈ ਗੱਲ ਨਹੀਂ। ਸੰਤੋਖ ਸਿੰਘ ਨੂੰ ਕਈ ਵਾਰ ਉਸ ਤੋਂ ਬਾਅਦ ਵੀ ਮੈਂ ਉਸ ਟਾਹਲੀ ਜਾਂ ਟਾਹਲੀ ਦਾ ਅਫਸੋਸ ਕਰਦਿਆਂ ਸੁਣਿਆ ਹੈ। ਇੱਕ ਵਾਰ ਇੱਕ ਗੁਰਦੁਆਰੇ ਵਿੱਚ ਮੈਂ ਆਪ ਵੇਖਿਆ, ਭਾਈ ਜੀ ਨੇ ਮਹਾਰਾਜ ਦੇ ਸੁਖ ਆਸਣ ਵਾਲੇ ਕਮਰੇ ਵਿੱਚ ਪਾਣੀ ਦੀ ਗੜਵੀ ਤੇ ਗਲਾਸ ਰੱਖਿਆ। ਮੇਰੇ ਪੁੱਛਣ ਤੇ ਉਹਨਾਂ ਕਿਹਾ, ਰਾਤ ਨੂੰ ਪਿਆਸ ਲੱਗ ਜਾਂਦੀ ਹੈ। ਆਪਾਂ ਪ੍ਰਗਟ ਗੁਰਾਂ ਦੀ ਦੇਹ ਜੋ ਮੰਨਦੇ ਹੋਏ ਸਵੇਰੇ 3 ਵਜੇ ਉੱਠ ਕੇ ਉਸ ਨੇ ਇਸ਼ਨਾਨ ਕੀਤਾ ਤੇ ਦਾਤਣ ਦੇ ਪਾਣੀ ਅੰਦਰ ਰੱਖ ਕੇ ਆਇਆ। ਦੂਜੀ ਵਾਰ ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਦਾਤਣ ਅੰਦਰ ਕਿਉਂ ਰੱਖੀ ਹੈ, ਕਿਉਂਕਿ ਉਸਨੇ ਉਹ ਜਵਾਬ ਦੇਣਾ ਸੀ ਜਿਹੜਾ ਪਾਣੀ ਰੱਖਣ ਵੇਲੇ ਦਿੱਤਾ ਸੀ। ਬਹੁਤ ਥਾਵਾਂ ਦੇ ਲੋਕ ਘਰਾਂ ਵਿੱਚ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰਦੇ ਹਨ। ਇੱਕ ਵਾਰ ਇੱਕ ਘਰ ਵਿੱਚ 14-15 ਸਾਲ ਦੀ ਕੁੜੀ ਨੂੰ ਉਹਦੇ ਪਿਓ ਨੇ, ਜੋ ਕਿੱਤੇ ਵਜੋਂ ਇੰਜੀਨੀਅਰ ਹਨ ਤੇ ਚੰਡੀਗੜ੍ਹ ਹੀ ਲੱਗੇ ਹੋਏ ਹਨ, ਇਸ ਕਰਕੇ ਸਵੇਰੇ ਸਵੇਰੇ 2 ਕਰਾਰੀਆਂ ਚਪੇੜਾਂ ਮਾਰੀਆਂ ਸਨ ਕਿ ਉਸਨੇ ਭੋਗ ਲਵਾਏ ਤੋਂ ਬਿਨਾਂ ਚਾਹ ਝੂਠੀ ਕਿਉਂ ਕੀਤੀ। ਕਹਿੰਦੇ ਹਨ ਨਾਨਕਸਰ ਕਲੇਰਾਂ ਵਾਲੇ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਿਰ ਤੇ ਚੁੱਕ ਕੇ ਸੈਰ ਕਰਵਾਇਆ ਕਰਦੇ ਸਨ। ਉਹ ਕਹਿੰਦੇ ਸਨ, ਸਾਰਾ ਦਿਨ ਬੈਠਿਆਂ ਦੀਆਂ ਲੱਤਾਂ ਜੁੜ ਜਾਂਦੀਆਂ ਹਨ, ਸੈਰ ਜ਼ਰੂਰੀ ਹੈ। ਉਹਨਾਂ ਦੇ ਸੇਵਕ ਇਹ ਗੱਲ ਵੀ ਬੜੇ ਫਖਰ ਨਾਲ ਦੱਸਦੇ ਹਨ ਕਿ ਗੁਰੂ ਨਾਨਕ ਜੀ ਨੇ 2 ਵਾਰ ਮਨੁੱਖਤਾ ਦੇਹੀ ਵਿੱਚ ਆ ਕੇ ਬਾਬਾ ਜੀ ਪਾਸੋਂ ਪ੍ਰਸ਼ਾਦਾ ਛਕਿਆ ਤੇ ਪਾਣੀ ਵੀ ਪੀਤਾ ਸੀ। ਨਾਨਕਸਰ ਵਾਲਿਆਂ ਨੇ ਇੱਕ ਵਾਰ ਸੰਪਟ ਪਾਠ ਰੱਖਿਆ। ਸਮਾਪਤੀ ਤੋਂ ਬਾਅਦ ਜਦੋਂ ਵਾਗ ਲਿਆ ਤਾਂ ਇੱਕ ਗ੍ਰੰਥੀ ਨੇ ਵਾਗ ਵਾਲੇ ਥਾਂ ਕਾਗਜ਼ ਦਾ ਟੁਕੜਾ ਵਿੱਚ ਰੱਖ ਦਿੱਤਾ ਤਾਂ ਕਿ ਘਰ ਵਾਲੇ ਜੋ ਸੰਗਤਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਵਿਹਲੇ ਹੋ ਕੇ ਵਾਕ ਕੀ ਆਇਆ ਹੈ ਪੁੱਛਣ ਤਾਂ ਉਹ ਪੜ੍ਹ ਕੇ ਦੱਸ ਸਕੇ। ਜਦੋਂ ਇਸ ਗੱਲ ਦਾ ਪਤਾ ਵੱਡਿਆਂ ਬਾਬਿਆਂ ਨੂੰ ਲੱਗਾ ਤਾਂ ਉਹਨਾਂ ਉਸ ਗ੍ਰੰਥੀ ਦੀ ਉਹ ਕੁੱਤੇਖਾਨੀ ਕੀਤੀ ਜਿਹੜੀ ਰਹੇ ਰੱਬ ਦਾ ਨਾਂ। ਬਾਬਾ ਜੀ ਨੇ ਕਿਹਾ,
ਜੇ ਤੇਰੇ ਦੰਦਾਂ ਵਿੱਚ ਟੁੱਕ ਅੜਿਆ ਹੋਵੇ ਤਾਂ ਤੈਨੂੰ ਨੀਂਦ ਆ ਜਾਊ। ਉਸ ਗ੍ਰੰਥੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਮੈਂ ਤਾਂ ਕਾਗਜ਼ਾਂ ਵਿੱਚ ਹੀ ਕਾਗਜ਼ ਰੱਖਿਆ ਹੈ, ਇਸ ਗੱਲ ਨੂੰ ਮਨੁੱਖਤਾ ਸਰੀਰ ਨਾਲ ਕਿਵੇਂ ਮਿਲਾਇਆ ਜਾ ਸਕਦਾ। ਪਰ ਜਦੋਂ ਸਾਰੇ ਹੀ ਬਾਬੇ ਉਸ ਨੂੰ ਪੈ ਗਏ ਤਾਂ ਉਸ ਵਿਚਾਰੇ ਨੇ ਨਤਮਸਤਕ ਹੋ ਕੇ ਮਾਫੀ ਮੰਗੀ, ਤਾਂ ਜਾ ਕੇ ਉਸ ਨੂੰ ਬਖਸ਼ਿਆ ਗਿਆ। ਇੱਕ ਹੋਰ ਥਾਂ ਕਿਸੇ ਦੇ ਘਰ 6 ਕੁੜੀਆਂ ਤੋਂ ਬਾਅਦ ਮੁੰਡਾ ਆਇਆ। ਅਖੰਡ ਪਾਠ ਸਾਹਿਬ ਕਰਵਾਏ ਗਏ। ਮੁੰਡੇ ਦੀ ਦਾਦੀ ਨੇ ਕਿਹਾ, ਲੱਗਦੇ ਹੱਥ ਨਾਂ ਵੀ ਕਢਾ ਲਓ। ਨਾਂ ਦਾ ਅੱਖਰ ਉਹ ਆਇਆ ਜਿਸ ਤੋਂ ਅੱਗੇ ਅੱਜ ਕੱਲ ਦੇ ਮਾਡਰਨ ਨਾਂ ਨਹੀਂ ਬਣਦੇ। ਘੱਗਾ, ਛਿੱਛਾ, ਝਿੱਜਾ, ਕੋਈ ਐਸਾ ਹੀ ਅੱਖਰ ਸੀ। ਘਰ ਵਾਲੇ ਬੜੇ ਪਰੇਸ਼ਾਨ ਹੋਏ। ਉਸ ਬੱਚੇ ਦੀਆਂ 6 ਭੈਣਾਂ ਨੂੰ ਭਰਾ ਦਾ ਵਧੀਆ ਜਿਹਾ ਨਾਂ ਰੱਖਣ ਦਾ ਬੜਾ ਚਾਅ ਸੀ, ਪਰ ਉਸ ਅੱਖਰ ਤੋਂ ਗੱਲ ਬਣੇ ਨਾ। ਉਧਰ ਭਾਈ ਜੀ ਆਖਣ, ਨਾਂ ਦੱਸੋ, ਅਰਦਾਸ ਕਰਨੀ ਹੈ। ਦਾਦੀ ਨੇ ਹੀ ਜਾ ਕੇ ਬੇਨਤੀ ਕੀਤੀ, ਮਹਾਰਾਜ ਨਾਂ ਔੜਦਾ ਨਹੀਂ, ਥੋੜਾ ਜਿਹਾ ਵਕਤ ਮਿਲ ਜਾਂਦਾ ਤਾਂ ਬੱਚੀਆਂ ਸੋਚ ਕੇ ਨਾਂ ਰੱਖ ਲੈਂਦੀਆਂ। ਉਸ ਬੁੱਢੀ ਦਾ ਜੋ ਹਾਲ ਉਸ ਸਾਧ ਨੇ ਕੀਤਾ ਮੈਂ ਦੱਸ ਨਹੀਂ ਸਕਦਾ। ਮੈਂ ਉਦੋਂ ਕਾਲਜ ਵਿੱਚ ਪੜ੍ਹਦਾ ਸੀ ਤੇ ਮੈਨੂੰ ਇਹੋ ਜਿਹੇ ਲੋਕਾਂ ਨਾਲ ਲੜਨਾ ਨਹੀਂ ਸੀ ਆਉਂਦਾ। ਸਾਧ ਉਹਨਾਂ ਦੇ ਪਿੰਡ ਲਾਗੇ ਦੇ ਡੇਰੇ ਦਾ ਸੀ, ਜਿਸ ਨੂੰ ਆਲੇ ਦੁਆਲੇ ਦੇ ਲੋਕ ਬੜਾ ਜਾਹਰਾ ਮੰਨਦੇ ਸਨ। ਉਹ ਧਾਗੇ ਤਵੀਤ ਵੀ ਕਰਦਾ ਸੀ ਤੇ ਮੁੰਡਾ ਜੰਮਣ ਦੀ ਦਵਾ ਵੀ ਦਿੰਦਾ ਸੀ। ਉਸ ਸਾਧ ਨੇ ਸੰਗਤ ਨੂੰ ਸੰਬੋਧਨ ਕਰਕੇ ਆਖਿਆ, ਸਾਧ ਸੰਗਤ ਜੀ, ਜੇ ਇਹਨਾਂ ਨੇ ਮਹਾਰਾਜ ਦਾ ਕੱਢਿਆ ਨਾਂ ਨਹੀਂ ਸੀ ਰੱਖਣਾ ਤਾਂ ਇਹਨਾਂ ਪਹਿਲਾਂ ਆਖਿਆ ਹੀ ਕਿਉਂ ਸੀ। ਹੁਣ ਤਾਂ ਮੁੰਡੇ ਦਾ ਨਾਂ ਰੱਖਣਾ ਹੀ ਪੈਣਾ ਹੈ, ਨਹੀਂ ਤੇ ਮੁੰਡੇ ਨੂੰ ਜੇ ਕੋਈ ਹਰਜ ਮਰਜ ਹੋ ਗਈ ਤਾਂ ਕਸੂਰ ਇਹਨਾਂ ਘਰ ਵਾਲਿਆਂ ਦਾ ਹੀ ਹੋਣਾ ਜੇ। ਫਿਰ ਮੈਨੂੰ ਉਲਾਮਾ ਨਾ ਦਿਓ ਜੇ। ਇਹ ਗੱਲ ਸਾਰੇ ਟੱਬਰ ਨੂੰ ਬਿਜਲੀ ਦੇ 440 ਵੋਲਟ ਦੇ ਕਰੰਟ ਵਾਂਗ ਲੱਗੀ। ਇੱਥੇ ਵੀ ਪਿੰਡ ਦੇ ਇੱਕ ਬਜ਼ੁਰਗ ਫੌਜੀ ਪੈਨਸ਼ਨ ਆਏ ਦਾ ਹੀ ਖੂਨ ਖੌਲਿਆ ਤੇ ਉਸ ਨੇ ਉੱਠ ਕੇ ਸਾਧ ਵੱਲ ਪੰਜਾ ਕਰਕੇ ਕਿਹਾ, ਚੁੱਪ ਕਰ ਜਾ ਓਏ ਸਾਧਾ, ਇੱਕ ਲਫ਼ਜ਼ ਅੱਗੇ ਨਾ ਬੋਲੀ, ਨਹੀਂ ਤਾਂ ਮੈਥੋਂ ਬੁਰਾ ਤੈਨੂੰ ਕੋਈ ਨਹੀਂ ਲੱਭਣਾ। ਉਸ ਬਜ਼ੁਰਗ ਨੇ ਮਾਈਕ ਉੱਚਾ ਕਰਕੇ ਆਪਣੇ ਬਰਾਬਰ ਲਿਆਂਦਾ ਤੇ ਫਿਰ ਗਰਜ ਕੇ ਕਿਹਾ, ਗੱਲ ਸੁਣੋ ਸਾਧਾ, ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਤਾ ਜਾਮੇ ਵਿੱਚ ਇੱਥੇ ਮੌਜੂਦ ਹੁੰਦੇ ਤਾਂ ਤੈਨੂੰ ਉੱਥੇ ਲੈ ਜਾਂਦੇ ਜਿੱਥੇ ਗੁੜ ਬਣ ਰਿਹਾ ਹੈ ਤੇ ਤਤਾ ਗੁੜ ਤੇਰੇ ਸਿਰ ਵਿੱਚ ਪਾਉਂਦੇ। ਉਹ ਵੀ ਤੇਰੇ ਵਰਗੇ ਹੀ ਮਸੰਦ ਸੀ ਜਿਹੜੇ ਮਿੱਟੀ ਦਾ ਤੇਲ ਪਾ ਕੇ ਲੂਹੇ ਸੀ। ਸਾਧ ਸੰਗਤ ਜੀ, ਦਾਸ ਫੌਜ ਵਿੱਚ ਗ੍ਰੰਥੀ ਵੀ ਰਿਹਾ ਹੈ। ਇਸ ਸਾਧ ਨੂੰ ਆਖੋ ਇਥੋਂ ਚਲਾ ਜਾਵੇ, ਨਹੀਂ ਤਾਂ ਮੈਂ ਇਸ ਸੋਟੇ ਨਾਲ ਇਹਦਾ ਲਿੰਗ ਛਾਂਗ ਦੇਣੇ ਜੇ। ਲਿੰਗ ਤੋਂ ਭਾਵ ਪੈਰ ਹੁੰਦਾ ਜੇ। ਮੈਂ ਹੋਰ ਵੀ ਕਈਆਂ ਥਾਵਾਂ ਤੇ ਪੜਿਆ ਤੇ ਮੈਂ ਸਪਸ਼ਟ ਕਰ ਦਿਆਂ, ਨਹੀਂ ਤਾਂ ਮੈਂ ਇਸ ਸੋਟੇ ਨਾਲ ਇਹਦੇ ਲਿੰਗ ਛਾਂਗ ਦੇਣੇ ਜੇ। ਜੀ ਮਹਾਰਾਜ ਦੀ ਦੇਹ ਇਹਨਾਂ ਦੇ ਡੇਰੇ ਤੋਂ ਆਈ ਹੈ। ਪਿੰਡ ਦੇ ਇੱਕ ਬੰਦੇ ਨੇ ਕਿਹਾ, ਡੇਰੇ ਤੋਂ ਆਈ ਹੈ ਤਾਂ ਜਾ ਕੇ ਛੱਡ ਆਵਾਂਗੇ। ਬੀਬੀਓ, ਬੱਚੇ ਨੂੰ ਮੇਰੇ ਕੋਲ ਲਿਆਓ। ਇੱਕ ਬੀਬੀ ਨੇ ਜਦੋਂ ਬੱਚਾ ਬਾਬਾ ਜੀ ਨੂੰ ਫੜਾਇਆ ਤਾਂ ਨਾਲ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਸਾਰੇ ਖੁਸ਼ੀ ਦੇ ਮਾਹੌਲ ਦਾ ਕਬਾੜਾ ਬਣ ਗਿਆ ਸੀ। ਸਾਰਾ ਪ੍ਰੋਗਰਾਮ ਕਚੀਰਾ ਹੋ ਗਿਆ ਸੀ। ਨਾ ਪਰਿਵਾਰ ਰੋਣ ਜੋਗਾ ਸੀ ਤੇ ਨਾ ਹੱਸਣ ਜੋਗਾ। ਬਾਬਾ ਜੀ ਨੇ ਬੱਚੇ ਦਾ ਮੂੰਹ ਚੁੰਮਿਆ, ਫਿਰ ਘਰ ਵਾਲਿਆਂ ਨੂੰ ਪੁੱਛਿਆ, ਦੱਸੋ ਕੋਈ ਹੋਰ ਨਾਂ ਜਿਹੜਾ ਤੁਹਾਨੂੰ ਪਸੰਦ ਹੋਵੇ। ਬਾਬਾ ਜੀ ਨੇ ਹੋਰ ਕਿਹਾ, ਜੇ ਚੰਗਾ ਨਾਂ ਨਹੀਂ ਸੋਚਿਆ ਜਾਂਦਾ ਤਾਂ ਅੱਜ ਕੋਈ ਜ਼ਰੂਰੀ ਨਹੀਂ, ਆਪਾਂ ਫਿਰ ਕਿਸੇ ਦਿਨ ਰੱਖ ਲਵਾਂਗੇ। ਸਤਿਗੁਰੂ ਬੱਚੇ ਦਾ ਵਾਲ ਵਿੰਗਾ ਨਹੀਂ ਹੋਣ ਦੇਊਗਾ। ਏਦਾਂ ਦੇ ਟੁਕੜ ਬੋਚ 3500 ਤੁਰੇ ਫਿਰਦੇ ਆ। ਭਾਈ ਵੱਲ ਬਾਂਹ ਕਰਕੇ ਉਹਨਾਂ ਕਿਹਾ, ਜਾਂ ਭਾਈ ਵੱਲ ਬਾਂਹ ਕਰਕੇ ਉਹਨਾਂ ਕਿਹਾ। ਘਰ ਵਾਲਿਆਂ ਨੇ ਸਰਬਸੰਮਤੀ ਨਾਲ ਨਾਂ ਜੋਗਿੰਦਰ ਸਿੰਘ ਦੱਸਿਆ। ਬਾਬਾ ਜੀ ਨੇ ਅਰਦਾਸ ਕੀਤੀ, ਸਤਿਗੁਰੂ ਤੇਰਾ ਉਹ ਆਸਰਾ ਲੋਕ ਆਪਣੀ ਖੁਸ਼ੀ ਵਧਾਉਣ ਤੇ ਤੇਰੀ ਮਿਹਰ ਲੈਣ ਲਈ ਲੈਂਦੇ ਆ। ਮੈਂ ਤਾਂ ਹੁਣ ਬੁੱਢਾ ਹੋ ਗਿਆ ਹਾਂ, ਮੇਰੀ ਉਮਰ ਤਾਂ ਕੋਈ ਜ਼ਿਆਦਾ ਨਹੀਂ ਹੋਣੀ, ਪਰ ਅਸੀਂ ਸਾਰੇ ਬੁੱਢੇ ਜਿਹੜੇ ਬੋੜ ਥੱਲੇ ਬੈਠੇ ਰਹਿੰਦੇ ਆ, ਸਾਡੀ ਸਾਰਿਆਂ ਦੀ ਉਮਰ 200 ਸਾਲ ਤੋਂ ਘੱਟ ਨਹੀਂ ਹੋਣੀ। ਜੇ ਤੈਨੂੰ ਇਸ ਬੱਚੇ ਦੀ ਉਮਰ ਵਧਾਉਣ ਦੀ ਲੋੜ ਪਵੇ ਤਾਂ ਸਾਡੀ ਉਮਰ ਵਿੱਚੋਂ
ਲੈ ਕੇ ਇਹਦੀ ਉਮਰ ਵਧਾ ਦੇਵੀਂ। ਇਸ ਗੱਲ ਤੇ ਸਾਰੀ ਸੰਗਤ ਖਿੜਖੜਾ ਕੇ ਹੱਸ ਪਈ। ਗਮਗੀਨ ਮਾਹੌਲ ਖੁਸ਼ੀ ਵਿੱਚ ਬਦਲ ਗਿਆ। ਪਟਿਆਲੇ ਦੇ ਇੱਕ ਪਿੰਡ ਵਿੱਚ ਇਹ ਘਟਨਾ ਵਾਪਰੀ ਸੀ ਜੋ ਮੈਨੂੰ ਅੱਜ ਤੱਕ ਉਵੇਂ ਹੀ ਯਾਦ ਹੈ। ਇੱਕ ਹੋਰ ਘਟਨਾ ਵਿੱਚ ਜਦੋਂ ਵਿਆਹ ਦਾ ਸੌਦਾ ਸੂਤ ਲਿਆਂਦਾ ਤਾਂ ਮਹਾਰਾਜ ਲਈ ਰੁਮਾਲਾ ਵੀ ਲਿਆਂਦਾ ਗਿਆ। ਕੁੜੀ ਦੀ ਭੂਆ ਨੇ ਆਪਣੇ ਵੱਲੋਂ ਸਿਆਣਪ ਕੀਤੀ ਕਿ ਰੇਸ਼ਮੀ ਤਿੱਲੇ ਦੇ ਰੁਮਾਲੇ ਨੂੰ ਕਿਤੇ ਝੂਠੇ ਥਿੰਦੇ ਜਾਂ ਮਿੱਠੇ ਵਾਲੇ ਹੱਥ ਨਾ ਲੱਗ ਜਾਣ, ਇਸ ਲਈ ਰੁਮਾਲਾ ਚੁੱਕ ਕੇ ਪਰਛੱਤੀ ਤੇ ਰੱਖ ਦਿੱਤਾ। ਜਦੋਂ ਭੋਗ ਪਿਆ ਤਾਂ ਮਹਾਰਾਜ ਤੇ ਦੇਣ ਲਈ ਰੁਮਾਲਾ ਲਿਆ ਕੇ ਖੋਲਿਆ ਤਾਂ ਲੋੜਾ ਵੱਜਾ ਪਿਆ ਸੀ। ਚੂਹੇ ਨੇ ਟੁੱਕ ਕੇ 4 ਵੱਡੇ ਵੱਡੇ ਮੋਰੇ ਕਰ ਦਿੱਤੇ ਸਨ। ਰੁਮਾਲਾ ਉੱਕਾ ਹੀ ਬੇਕਾਰ ਹੋ ਗਿਆ ਸੀ। ਇਹ ਇੱਕ ਸਹਿਬਾਨ ਹਾਦਸਾ ਸੀ ਜੋ ਕਿਤੇ ਵੀ ਵਾਪਰ ਸਕਦਾ ਹੈ, ਪਰ ਅਨਪੜ੍ਹ ਭਾਈ ਲਾਲ ਲਾਲ ਡੇਲੇ ਕੱਢੇ। ਕੁੜੀ ਦੀ ਭੂਆ ਹੀ ਕੁੜੀ ਦੇ ਮਗਰ ਬੈਠੀ ਸੀ। ਵਿਚਾਰੀ ਆਪਣੇ ਆਪ ਨੂੰ ਹੀ ਕੋਸੀ ਜਾਵੇ, ਜੇ ਮੈਨੂੰ ਅੱਗ ਲੱਗਣੀ ਨੂੰ ਪਤਾ ਹੁੰਦਾ ਭਈ ਚੂਹੇ ਨੇ ਟੁੱਕ ਜਾਣਾ ਹੈ ਤਾਂ ਮੈਂ ਪੇਟੀ 'ਚ ਰੱਖ ਦਿੰਦੀ। ਬਰਾਤੀਆਂ ਵਿੱਚੋਂ ਇੱਕ ਸਿਆਣਾ ਬੰਦਿਆ ਉੱਠਿਆ। ਉਸ ਕਿਹਾ, ਭਾਈ ਜੀ ਕਿਉਂ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਈ ਜਾਂਦੇ ਹੋ? ਤੂੰ ਇਹਨਾਂ ਪਿੰਡ ਵਾਲਿਆਂ ਦਾ ਭਾਈ ਐ, ਅਸੀਂ ਤੈਨੂੰ ਕੁਝ ਕਹਿ ਨਹੀਂ ਸਕਦੇ। ਜੇ ਤੂੰ ਸਾਡੇ ਪਿੰਡ ਹੁੰਨੋਂ ਤੈਨੂੰ ਹੁਣੇ ਚੱਲਦਾ ਕਰ ਦਿੰਦੇ। ਜੇ ਰੁਮਾਲਾ ਟੁੱਕਿਆ ਨਾ ਗਿਆ ਹੁੰਦਾ ਤਾਂ ਮਹਾਰਾਜ ਤੇ ਦੇ ਕੇ ਤੂੰ ਸ਼ਬਦ ਪੜ੍ਹਨਾ ਸੀ, ਪ੍ਰੇਮ ਪਟੋਲਾ ਤੈਸੋ ਦਿੱਤਾ ਕੱਢਣ ਕੋ ਪਤ, ਪ੍ਰੇਮ ਪਟੋਲਾ ਤੈਸੋ ਦਿੱਤਾ ਢੱਕਣ ਕੋ ਪਤ ਮੇਰੀ। ਤੂੰ ਚੰਗੀ ਪਤ ਢੱਕੀ ਆ ਬਈ ਇਹਨਾਂ ਦੀ। ਚੂਹੇ ਨੂੰ ਪਤਾ ਸੀ ਕਿ ਇਹਨਾਂ ਨੇ ਉਹਨੂੰ ਸਿਖਾ ਲਿਆ ਸੀ ਭਈ ਰੁਮਾਲਾ ਟੁੱਕ ਦੇ। ਫਿਰ ਉਸਨੇ ਤਰੀਕਾ ਦੱਸਿਆ, ਪਹਿਲਾਂ ਰੁਮਾਲਾ ਹੀ ਰਹਿਣ ਦੇ ਤੇ ਘਰ ਵਾਲਿਆਂ ਕੋਲੋਂ ਨਵੇਂ ਰੁਮਾਲੇ ਦੇ ਪੈਸੇ ਲੈ ਲੈ। ਤੂੰ ਵੀ ਤੇ ਜਾ ਕੇ ਨਿਆਣਿਆਂ ਦੀਆਂ ਫਰਾਕਾਂ ਹੀ ਬਣਾਉਣੀਆਂ ਸੀ। ਸਾਰੀ ਸੰਗਤ ਹੱਸ ਪਈ। ਲੋਕਾਂ ਨੂੰ ਪਤਾ ਸੀ ਭਈ ਭਾਈ ਰੁਮਾਲਿਆਂ ਦੀਆਂ ਫਰਾਕਾਂ ਤੇ ਸੀ ਕੇ ਰਜਾਈਆਂ ਤਲਾਈਆਂ ਦੇ ਅਮਰੇ ਬਣਾ ਲੈਂਦਾ ਹੈ। ਸਿਰਲੇਖ ਰਾਧਾ ਸੁਆਮੀ ਨਿਰੰਕਾਰੀ ਆਦ। ਜਿਸ ਨੇ ਸ਼ਰਾਬ ਛੱਡਣੀ ਹੋਵੇ ਉਹ ਗੁਰਦੁਆਰੇ ਨਹੀਂ ਜਾਂਦਾ, ਰਾਧਾ ਸੁਆਮੀਆਂ ਦੇ ਡੇਰੇ ਤੇ ਜਾਂਦਾ ਹੈ। ਹਾਲਾਂਕਿ ਸ਼ਰਾਬ ਪੀਣੀ ਤਾਂ ਗੁਰਦੁਆਰੇ ਵੀ ਨਹੀਂ ਦੱਸਦੇ, ਉੱਥੇ ਵੀ ਸ਼ਰਾਬ ਨੂੰ ਮਾੜਾ ਹੀ ਕਹਿੰਦੇ ਹਨ। ਫਿਰ ਕੋਈ ਰਾਧਾ ਸੁਆਮੀਆਂ ਦੇ ਡੇਰੇ ਤੇ ਹੀ ਕਿਉਂ ਜਾਂਦਾ ਹੈ? ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਉਹ ਧਰਮ ਵਿੱਚ ਸ਼ਰਾਬ ਨਹੀਂ ਪੀਤੀ ਜਾਂਦੀ। ਮਾਲਵੇ ਵਿੱਚ ਜਿਹੜਾ ਮਲਵਈ ਸ਼ਰਾਬ ਨਾ ਪੀਂਦਾ ਹੋਵੇ, ਦੂਜੇ ਕਹਿਣਗੇ ਉਹ ਤਾਂ ਬਈ ਜਮਾ ਰਾਧਾ ਸੁਆਮੀ ਹੋ ਗਿਆ। ਪਰ ਦੂਜੇ ਪਾਸੇ ਕਈ ਲੋਕ ਹਾਸੇ ਨਾਲ ਇਹ ਵੀ ਕਹਿ ਦਿੰਦੇ ਹਨ, ਰਾਧਾ ਸੁਆਮੀ ਪਊਆ ਸਵੇਰੇ ਅਧੀਆ ਸ਼ਾਮੀ। ਮਜੀਠਾ ਰੋਡ ਤੇ ਪਿੰਡ ਨਾਗਾ ਵਿੱਚ ਇੱਕ ਰਾਧਾ ਸੁਆਮੀ ਪਰਿਵਾਰ ਦੇ ਤੂੜੀ ਦੇ 16 ਕੁੱਪਾਂ ਭਾਵ ਮੂਸਲਾਂ ਨੂੰ ਅੱਗ ਲੱਗ ਗਈ। ਪਿੰਡ ਦੇ ਹੀ ਇੱਕ ਪਰਿਵਾਰ ਜਿਨ੍ਹਾਂ ਨਾਲ ਰਾਧਾ ਸੁਆਮੀ ਪਰਿਵਾਰ ਦੀ ਲੱਗਦੀ ਸੀ ਦੇ ਮੁੰਡੇ ਤੇ ਕੁੱਪਾਂ ਨੂੰ ਅੱਗ ਲਾਉਣ ਦਾ ਇਲਜ਼ਾਮ ਲੱਗਾ। ਮੁੰਡੇ ਦੇ ਘਰ ਵਾਲਿਆਂ ਉਹਨੂੰ ਭੱਜ ਜਾਣ ਦੀ ਸਲਾਹ ਦਿੱਤੀ ਤਾਂ ਕਿ ਪੁਲਿਸ ਦਾ ਬੇਲੋੜਾ ਕੁਟਾਪਾ ਨਾ ਚੜ ਜਾਵੇ, ਪਰ ਉਹ ਮੁੰਡਾ ਘਰੋਂ ਨਾ ਭੱਜਿਆ ਕਿਉਂਕਿ ਉਹ ਸੱਚਾ ਸੀ। ਇਸੇ ਲਈ ਹੀ ਉਹਨੇ ਸਿਰ ਤੇ ਆਏ ਸੰਕਟ ਅੱਗੇ ਖਲੋਣ ਦਾ ਫੈਸਲਾ ਕੀਤਾ। ਪਿੰਡ ਦੇ ਲੋਕਾਂ ਨੂੰ ਵੀ ਪਤਾ ਸੀ ਕਿ ਮੁੰਡਾ ਬੇਕਸੂਰ ਹੈ, ਪਰ ਉਧਰ ਰਾਧਾ ਸੁਆਮੀ ਡੇਰੇ ਵਾਲੇ ਬਾਬੇ ਦਾ ਵੀ ਸਰਕਾਰੇ ਦਰਬਾਰੇ ਇੰਨਾ ਕੁ ਅਸਰ ਰਸੂਖ ਹੈ ਕਿ ਬਿਆਸ ਤੇ ਮਜੀਠਾ ਥਾਣਿਆਂ ਨਾਲ ਸੰਬੰਧਿਤ ਸਿਪਾਹੀ ਵੀ ਬਾਬੇ ਨੂੰ ਪੁੱਛੇ ਬਗੈਰ ਘਰ ਨਹੀਂ ਜਾਂਦਾ। ਪੁਲਿਸ ਆਈ, ਥਾਣੇਦਾਰ ਨੇ ਸਾਰਾ ਪਿੰਡ ਇਕੱਠਾ ਕਰ ਲਿਆ। ਮੁੰਡਾ ਪੜ੍ਹਿਆ ਲਿਖਿਆ ਸੀ। ਉਹਨੇ ਪੁਲਿਸ ਨੂੰ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਮੌਕੇ ਤੇ ਚੱਲਣ ਦੀ ਬੇਨਤੀ ਕੀਤੀ ਜਿੱਥੇ ਕੁੱਪ ਸੜੇ ਸਨ। ਲਾਲ ਲਾਲ ਡੇਲੇ ਕੱਢਦਾ ਪੁਲਿਸ ਇੰਸਪੈਕਟਰ ਇਹ ਗੱਲ ਮੰਨ ਤਾਂ ਗਿਆ, ਪਰ ਉਸ ਨੂੰ ਵੱਡੇ ਅਫਸਰਾਂ ਨੇ ਹੁਕਮ ਇਹ ਦਿੱਤਾ ਸੀ ਕਿ ਰਾਧਾ ਸੁਆਮੀ ਦੇ ਪਰਿਵਾਰ ਨਾਲ ਵਿਰੋਧਤਾ ਵਾਲੇ ਪਰਿਵਾਰ ਨੂੰ ਰਗੜਾ ਲਾਉਣਾ ਹੀ ਲਾਉਣਾ ਹੈ। ਮੌਕੇ ਤੇ ਜਾ ਕੇ ਪੜ੍ਹੇ ਲਿਖੇ ਲੜਕੇ ਨੇ ਸਾਰਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਉਸਨੇ ਇਹ ਕਹਿ ਕੇ ਸਾਰੇ ਸੁੰਨ ਕਰ ਦਿੱਤੇ ਕਿ ਅੱਗ ਇਹਨਾਂ ਰਾਧਾ ਸੁਆਮੀਆਂ ਕੋਲੋਂ ਆਪ ਲੱਗੀ ਹੈ। ਇਹ ਰਾਧਾ ਸੁਆਮੀ ਸ਼ਰਾਬ ਕੱਢ ਰਹੇ ਸਨ। ਜਦੋਂ ਸ਼ਰਾਬ ਕੱਢੀ ਗਈ ਤੇ ਕੰਮ ਨਿਬੜ ਗਿਆ ਤਾਂ ਇਹਨਾਂ ਨੇ ਲਾਹਣ ਵਗੈਰਾ ਟਿਕਾਣੇ ਲਾ ਕੇ ਬਲਦੀ ਅੱਗ ਤੇ ਪਾਣੀ ਪਾ ਕੇ ਬੁਝਾ ਦਿੱਤੀ, ਪਰ ਕਿਤੇ ਇੱਕ ਅੱਧੀ ਚੰਗਿਆੜੀ ਬਲਦੀ ਰਹਿ ਗਈ।
ਤੂੜੀ ਦੀ ਅੱਗ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਛੇਤੀ ਕੀਤੇ ਬੁਝਦੀ ਨਹੀਂ ਤੇ ਹਵਾ ਪੈਣ ਨਾਲ ਫਿਰ ਸੁਲਗ ਪੈਂਦੀ ਹੈ। ਸ਼ਰਾਬ ਦੀ ਭੱਠੀ ਦੀਆਂ ਇੱਟਾਂ ਵੀ ਮੌਕੇ ਤੇ ਮੌਜੂਦ ਸਨ। ਆੜ ਵਿੱਚ ਡੁੱਲੀ ਹੋਈ ਤਾਜ਼ੀ ਲਾਹਣ ਦੀ ਪਰਤ ਵੀ ਬਾਕਾਇਦਾ ਮਿੱਟੀ ਤੇ ਘਾਹ ਉੱਤੇ ਮੌਜੂਦ ਸੀ। ਅੱਗ ਪਹਿਲਾਂ ਜ਼ਮੀਨ ਤੇ ਰੇਂਗਦੀ ਇੱਕ ਕੁੱਪ ਨੂੰ ਲੱਗੀ, ਫਿਰ ਨਾਲ ਦੇ ਸਾਰੇ ਕੁੱਪਾਂ ਨੂੰ ਲੱਗ ਗਈ। ਥਾਣੇਦਾਰ ਦਾ ਰਵੱਈਆ ਫੱਟ ਬਦਲ ਗਿਆ। ਉਸ ਮੁੰਡੇ ਨੇ ਕਿਹਾ, ਥਾਣੇਦਾਰ ਸਾਹਿਬ, ਆਖੋ ਨਾ ਕੱਲ ਦੀ ਕੱਢੀ ਹੋਈ ਸ਼ਰਾਬ ਵੀ ਬਰਾਮਦ ਕਰਵਾ ਸਕਦਾ ਹਾਂ। ਪੁਲਿਸ ਨੂੰ ਕਰਨੀ ਹੀ ਪੈਣੀ ਸੀ। ਕਣਕ ਦੀਆਂ ਬੋਰੀਆਂ ਦੀ ਠੇਕੀ ਵਿੱਚੋਂ ਸ਼ਰਾਬ ਦੀ ਬਰਾਮਦ ਹੋ ਗਈ। ਕਣਕ ਦੀਆਂ ਬੋਰੀਆਂ ਦੀ ਠੇਕੀ ਵਿੱਚੋਂ ਸ਼ਰਾਬ ਵੀ ਬਰਾਮਦ ਹੋ ਗਈ। ਕੇਸ ਦਾ ਕੀ ਬਣਿਆ ਇਹ ਗੱਲ ਤਾਂ ਛੱਡੋ, ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਰਾਧਾ ਸੁਆਮੀਆਂ ਨੇ ਸ਼ਰਾਬ ਕੀ ਕਰਨੀ ਸੀ। ਸਿਰਫ ਇੱਕ ਛੋਟੇ ਮੁੰਡੇ ਤੋਂ ਬਗੈਰ ਸਾਰੇ ਟੱਬਰ ਵਿੱਚੋਂ ਕੋਈ ਵੀ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਂਦਾ। ਪਰ ਉਹ ਮੁੰਡਾ ਤਾਂ ਕਈਆਂ ਦਿਨਾਂ ਦਾ ਘਰ ਹੀ ਨਹੀਂ ਸੀ। ਅਸਲ ਗੱਲ ਇਹ ਸੀ ਕਿ ਉਹ ਪਰਿਵਾਰ ਤਾਂ ਸ਼ਰਾਬ ਨਹੀਂ ਸੀ ਪੀਂਦਾ, ਪਰ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸਾਰੇ ਪੀਂਦੇ ਸਨ। ਮੁੰਡਿਆਂ ਦੇ ਸਹੁਰੇ, ਸਾਲੇ, ਕੁੜੀਆਂ ਦੇ ਸਹੁਰੇ, ਪਤੀ ਤੇ ਉਹਨਾਂ ਦੇ ਦਿਓਰ ਜੇਠ, ਮਾਸੜ, ਫੁੱਫੜ ਸਭ ਪੀਣ ਵਾਲੇ ਸਨ। ਪੰਜਾਬ ਦੇ ਪੇਂਡੂ ਸਮਾਜ ਵਿੱਚ ਆਪ ਭਾਵੇਂ ਕੋਈ ਨਾ ਪੀਂਦਾ ਹੋਵੇ, ਪਰ ਰਿਸ਼ਤੇਦਾਰਾਂ ਨੂੰ ਪਿਆਉਣੀ ਹੀ ਪੈਂਦੀ ਹੈ। ਨਹੀਂ ਤਾਂ ਕੋਈ ਰਿਸ਼ਤੇਦਾਰ ਮਿਲਣ ਹੀ ਨਹੀਂ ਆਉਂਦਾ ਤੇ ਨਾ ਹੀ ਵਿਆਹ ਸ਼ਾਦੀ ਤੇ ਆਉਂਦਾ ਹੈ। ਜੇ ਕੋਈ ਆਵੇ ਤਾਂ ਮਰੇ ਦੇ ਭਾਵੇਂ ਆ ਜਾਵੇ। ਕਈ ਵਾਰ ਤਾਂ ਪ੍ਰਾਹੁਣੇ ਮੰਗ ਕੇ ਵੀ ਸ਼ਰਾਬ ਪੀਂਦੇ ਹਨ ਤੇ ਜੇ ਘਰ ਵਾਲਾ ਨਾ ਪਿਆਵੇ ਤਾਂ ਭੰਡਣੀ ਕਰਦੇ ਹਨ। ਇੱਕ ਵਾਰ ਕਿਸੇ ਪਿੰਡ ਦਾ ਇੱਕ ਬੰਦਾ ਤਾਰਿਆਂ ਦੀ ਛਾਵੇਂ ਹੀ ਘਰੋਂ ਤੁਰ ਪਿਆ ਤਾਂ ਧੁੱਪ ਚੜ੍ਹਨ ਤੋਂ ਪਹਿਲਾਂ ਹੀ ਟਿਕਾਣੇ ਤੇ ਪਹੁੰਚਿਆ ਜਾ ਸਕੇ। ਦਿਨ ਚੜ੍ਹ ਗਿਆ, ਧੁੱਪ ਨਿਕਲ ਆਈ। ਕਿਸੇ ਪਿੰਡ ਵਿੱਚੋਂ ਦੀ ਲੰਘ ਰਿਹਾ ਸੀ ਕਿ ਰਾਹ ਵਿੱਚ ਫੂੜੀ ਵਿਛੀ ਹੋਈ ਸੀ। ਉਹ ਬੰਦਾ ਵੀ ਥੱਕ ਚੁੱਕਾ ਸੀ ਤੇ ਨਾਲੇ ਮਰਗ ਦਾ ਅਫਸੋਸ ਤਾਂ ਹਰ ਇੱਕ ਨੂੰ ਕਰਨਾ ਹੀ ਬਣਦਾ ਹੈ। ਉਹ ਵੀ ਫੂੜੀ ਤੇ ਬਹਿ ਗਿਆ ਤੇ ਪੁੱਛਿਆ, ਕੀ ਗੱਲ ਹੋਈ, ਕੌਣ ਗੁਜ਼ਰ ਗਿਆ ਹੈ? ਕੀ ਗੱਲ ਹੋਈ, ਕੌਣ ਗੁਜ਼ਰ ਗਿਆ ਹੈ ਭਾਊ? ਫੂੜੀ ਤੇ ਬੈਠੇ ਬੰਦਿਆਂ ਨੇ ਕਿਹਾ, ਜੀ ਸਾਡਾ ਭਰਾ ਸੀ ਵੱਡਾ, ਗੁਜ਼ਰ ਗਿਆ ਪਰਸੋਂ। ਉਸ ਰਾਹੀ ਨੇ ਪੁੱਛਿਆ, ਬਿਮਾਰ ਠਮਾਰ ਸੀ? ਨਹੀਂ ਜੀ, ਬਿਮਾਰ ਵੀ ਏਡਾ ਕੋਈ ਨਹੀਂ ਹੋਇਆ। ਉਸਨੇ ਫਿਰ ਪੁੱਛਿਆ, ਕੋਈ ਲੜਾਈ ਪੜਾਈ ਹੋ ਗਈ ਸੀ? ਨਹੀਂ ਜੀ, ਉਹ ਵਿਚਾਰਾ ਤੇ ਭਲਾ ਮਾਨਸੀ ਬੜਾ ਸੀ। ਕੋਈ ਨਸ਼ਾ ਪਤਾ ਕਰਦਾ ਸੀ, ਕਿਉਂਕਿ ਮਰ ਜਾਣ ਦੇ ਤਾਂ ਇਹੀ ਕਾਰਨ ਹੁੰਦੇ ਹਨ। ਪਿੰਡ ਵਾਲਿਆਂ ਨੇ ਕਿਹਾ, ਨਾ ਜੀ ਨਾ ਮੀਟ ਨਾ ਸ਼ਰਾਬ, ਨਸ਼ਾ ਦੇ ਵਿਚਾਰਾ ਕੋਈ ਕਰਦਾ ਹੀ ਨਹੀਂ ਸੀ। ਉਹ ਰਾਹੀ ਪਰਨਾ ਮੋਢੇ ਦੇ ਸੁੱਟ ਕੇ ਉੱਠਿਆ ਤੇ ਤੁਰਿਆ ਜਾਂਦਾ ਕਹਿਣ ਲੱਗਾ, ਮਰਿਆ ਤੇ ਫਿਰ ਉਹ ਚਰੋਕਣਾ ਹੀ ਸੀ, ਭਾਵ ਚਿਰਾਂਦਾ ਹੀ ਸੀ। ਅੱਜ ਤੇ ਅਫਸੋਸ ਹੀ ਕਰਨ ਡਏ ਹੋਏ ਕਿ ਜਵਾਈਆਂ ਭਾਈਆਂ ਤੇ ਨਿੱਘ ਦੇ ਸਾਕਾਂ ਦੇ ਆਉਣ ਤੇ ਘਰ ਵਿੱਚ ਮਾਸ ਵੀ ਰਿੱਝਦਾ ਹੈ ਤੇ ਸ਼ਰਾਬ ਵੀ ਉੜਦੀ ਹੈ। ਪੰਜਾਬ ਦਾ ਸਾਰਾ ਸਮਾਜ ਇੱਕ ਤਰ੍ਹਾਂ ਨਾਲ ਮਿਲ ਗੋਭਾ ਜਿਹਾ ਬਣ ਗਿਆ ਹੈ। ਕਈ ਥਾਈਂ ਦਾ ਰਾਧਾ ਸੁਆਮੀ ਵੀ ਰਿਸ਼ਤੇਦਾਰਾਂ ਦੇ ਪ੍ਰਭਾਵ ਵਿੱਚ ਆ ਕੇ ਪੀਣ ਲੱਗ ਪੈਂਦੇ ਹਨ ਤੇ ਕਿਤੇ ਪੀਣ ਵਾਲੇ ਰਾਧਾ ਸੁਆਮੀਆਂ ਦੇ ਪ੍ਰਭਾਵ ਥੱਲੇ ਆ ਕੇ ਰਾਧਾ ਸੁਆਮੀ ਬਣ ਜਾਂਦੇ ਹਨ। ਪਰ ਇਹ ਗਿਣਤੀ ਐਵੇਂ ਕੁਝ ਫੀਸਦੀ ਤੋਂ ਵੱਧ ਨਹੀਂ ਹੁੰਦੀ। ਅੱਜ ਪੰਜਾਬ ਦੇ ਛੋਟੇ ਤੋਂ ਛੋਟੇ ਕਸਬੇ ਵਿੱਚ ਵੀ ਰਾਧਾ ਸੁਆਮੀ ਡੇਰਾ ਸਥਾਪਿਤ ਹੋ ਚੁੱਕਾ ਹੈ ਤੇ ਪੂਰਾ ਪੰਜਾਬ ਉਹਨਾਂ ਨੇ ਰਾਧਾ ਸੁਆਮੀ ਡੇਰਿਆਂ ਨਾਲ ਢੱਕ ਲਿਆ ਹੈ। ਇਸ ਪਿੱਛੇ ਕਿੱਡਾ ਵੱਡਾ ਜਾਲ ਹੈ, ਇਸ ਤੇ ਵੀ ਵਿਚਾਰ ਕਰਦੇ ਹਾਂ। ਲੋਕ ਰਾਧਾ ਸੁਆਮੀਆਂ ਵੱਲ ਕਿਵੇਂ ਖਿੱਚੇ ਜਾਂਦੇ ਹਨ, ਇਹ ਵੀ ਵਿਚਾਰਨ ਵਾਲੀ ਗੱਲ ਹੈ। 1997-98 ਦੀ ਗੱਲ ਹੈ ਕਿ ਇੱਟਾਂ ਦੇ ਭਾਅ ਬਹੁਤ ਵੱਧ ਗਏ ਸਨ ਤੇ ਚੰਗੀ ਇੱਟ ਮਿਲਦੀ ਵੀ ਘੱਟ ਹੀ ਸੀ। ਮੇਰਾ ਧੰਦਾ ਵੀ ਮਕਾਨ ਬਣਾਉਣ ਨਾਲ ਸੰਬੰਧਿਤ ਹੈ। ਇਸ ਲਈ ਜਿਵੇਂ ਅਰਬ ਦੇਸ਼ਾਂ ਵਿੱਚ ਸੀਮੈਂਟ ਦੇ ਤਬੂਕਾਂ ਨਾਲ ਉਸਾਰੀ ਕਰਦੇ ਹਨ, ਮੈਂ ਵੀ ਇਸੇ ਤਰ੍ਹਾਂ ਦੇ ਤਬੂਕ ਬਣਾਉਣਾ ਚਾਹੁੰਦਾ ਸਾਂ। ਪਰ ਇਹ ਜਾਣਕਾਰੀ ਕਿੱਥੋਂ ਮਿਲੇ, ਇਹ ਇੱਕ ਸਮੱਸਿਆ ਸੀ। ਮੈਨੂੰ ਇੱਕ ਰਾਧਾ ਸੁਆਮੀ ਨੇ ਦੱਸਿਆ ਕਿ ਬਿਆਸ ਡੇਰੇ ਦੀ ਆਪਣੀ ਤਬੂਕ ਬਣਾਉਣ ਦੀ ਫੈਕਟਰੀ ਹੈ ਤੇ ਉੱਥੇ ਇਕੱਲੇ ਤਬੂਕ ਹੀ ਨਹੀਂ ਬਣਦੇ, ਇਮਾਰਤ ਸਾਜੀ ਦਾ ਹੋਰ ਵੀ ਹਰ ਤਰ੍ਹਾਂ ਦਾ ਸਮਾਨ ਤਿਆਰ ਹੁੰਦਾ ਹੈ। ਸੀਮੈਂਟ ਦੀਆਂ ਚਾਦਰਾਂ ਤੋਂ ਲੈ ਕੇ ਜਾਲੀਆਂ, ਆਰਜੀ ਪਿੱਲਰ,
ਸਨੋਸਮ, ਅਨੈਮਲ, ਪੇਂਟ ਤੇ ਗੱਲ ਕੀ, ਉਹ ਸਭ ਕੁਝ ਹੀ ਬਣਦਾ ਹੈ ਜੋ ਮਕਾਨ ਬਣਾਉਣ ਲਈ ਵਰਤੋਂ ਵਿੱਚ ਆਉਂਦਾ ਹੈ। ਦੋ ਰਾਧਾ ਸੁਆਮੀ ਜੋ ਉਸ ਡੇਰੇ ਦੇ ਖਾਸ ਵਿਅਕਤੀ ਸਨ, ਮੈਨੂੰ ਡੇਰੇ ਤੇ ਲੈ ਗਏ। ਪਹਿਲਾਂ ਮੈਂ ਕਦੇ ਉੱਥੇ ਨਹੀਂ ਸੀ ਗਿਆ। ਮੇਰੇ ਕੋਲ ਸੈਲੋ ਡੇਵੀਓ ਕਾਰ ਸੀ, ਜਿਸ ਦੇ ਅੱਗੇ ਨੰਬਰ ਪਲੇਟ ਤੇ ਛੋਟੇ ਛੋਟੇ ਅੱਖਰਾਂ ਵਿੱਚ ਚੇਅਰਮੈਨ ਵਰਲਡ ਸਿੱਖ ਕਾਉਂਸਲ ਲਿਖਿਆ ਹੋਇਆ ਸੀ। ਭਾਵੇਂ ਇਹ ਲਿਖਾਉਣ ਦਾ ਕੋਈ ਜਾਂ ਹੋਰ ਕੋਈ ਫਾਇਦਾ ਤਾਂ ਨਹੀਂ, ਪਰ ਚੰਡੀਗੜ੍ਹ ਵਗੈਰਾ ਜਾਈਏ ਤਾਂ ਮਾਮੂਲੀ ਜਿਹਾ ਫਰਕ ਪੈ ਜਾਂਦਾ ਹੈ ਤੇ ਟ੍ਰੈਫਿਕ ਵਾਲੇ ਜ਼ਰਾ ਘੱਟ ਪਰੇਸ਼ਾਨ ਕਰਦੇ ਹਨ। ਜਾਂ ਪੈਸੇ ਲੈਣ ਦੀ ਆਸ ਛੱਡ ਕੇ ਜਾਂ ਜਾਣ ਦਿੰਦੇ ਹਨ। ਜਦੋਂ ਕਾਰ ਗੇਟ ਦੇ ਅੱਗੇ ਜਾ ਕੇ ਰੁਕੀ ਤਾਂ ਅੰਦਰ ਦਾ ਦ੍ਰਿਸ਼ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਯੂਨੀਵਰਸਿਟੀ ਜਾਂ ਪੁਰਾਣੇ ਰਾਜੇ ਮਹਾਰਾਜਿਆਂ ਦਾ ਮਹੱਲ ਹੋਵੇ। ਜੀਟੀ ਰੋਡ ਤੋਂ ਲੈ ਕੇ ਚੌੜੀ ਤੇ ਸਾਫ਼ ਸੁਥਰੀ ਸੜਕ ਡੇਰੇ ਵੱਲ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਿਆਸ ਸ਼ਹਿਰ ਜੀਟੀ ਰੋਡ ਤੇ ਨਹੀਂ ਇੱਧਰ ਵਸਿਆ ਹੋਇਆ ਹੈ। ਕਾਰ ਰੁਕੀ ਵੇਖ ਕੇ ਡੇਰੇ ਦੇ ਇੱਕ ਬੰਦੇ ਨੇ ਝੱਟ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਬੜੇ ਸਲੀਕੇ ਨਾਲ ਫਤਿਹ ਬੁਲਾ ਕੇ ਗੱਲਾਂ ਕਰਨ ਲੱਗ ਪਿਆ। ਬਸ ਥੋੜੀ ਦੇਰ ਪਿੱਛੋਂ ਹੀ ਇੱਕ ਜਿਪਸੀ ਗੱਡੀ ਆ ਕੇ ਸਾਡੀ ਗੱਡੀ ਦੇ ਅੱਗੇ ਲੱਗ ਗਈ, ਜਿਵੇਂ ਕਿਸੇ ਨੂੰ ਐਸਕਾਰਟ ਕਰਕੇ ਲਿਜਾਣਾ ਹੋਵੇ। ਸੁਭਾਅ ਅਨੁਸਾਰ ਮੈਨੂੰ ਇਹ ਬੜਾ ਖਲ ਜਗਣ ਜਿਹਾ ਲੱਗਾ। ਅੱਗੇ ਜਾ ਕੇ ਜਦੋਂ ਗੱਡੀ ਖਿਲਾਰ ਕੇ ਮੈਂ ਨਿਗਾਹ ਮਾਰੀ ਤਾਂ ਮੈਟਲ ਡਿਟੈਕਟਰ ਦਾ ਦਰਵਾਜ਼ਾ ਜਿਹਾ ਬਣਿਆ ਹੋਇਆ ਨਜ਼ਰ ਆਇਆ। ਮੈਂ ਨਾ ਤਾਂ ਕਿਰਪਾਨ ਹੀ ਲਾਉਣੀ ਸੀ ਤੇ ਨਾ ਹੀ ਮੇਰਾ ਕਿਸੇ ਨਾਲ ਉਲਝਣ ਦਾ ਕੋਈ ਵਿਚਾਰ ਸੀ। ਇਸ ਲਈ ਮੈਂ ਆਪਣਾ ਇਰਾਦਾ ਇੱਕ ਤਰ੍ਹਾਂ ਨਾਲ ਬਦਲ ਹੀ ਲਿਆ ਤੇ ਕਾਰ ਦੇ ਦਰਵਾਜ਼ੇ ਕੋਲ ਖਲੋਤੇ ਬੰਦੇ ਨੂੰ ਕਿਹਾ, ਚਲੋ ਫਿਰ ਕਦੇ ਸਹੀ, ਚਲੋ ਫੇਰ ਕਦੇ ਸਹੀ। ਉਹ ਕਹਿਣ ਲੱਗਾ, ਜੀ ਕੀ ਗੱਲ ਹੋਈ, ਪਰੇਸ਼ਾਨੀ ਹੈ? ਮੈਂ ਕਿਹਾ, ਮੈਂ ਕਿਰਪਾਨ ਪਾਈ ਹੋਈ ਹੈ, ਇੱਕ ਮੇਰੇ ਕੋਲ ਰਿਵਾਲਵਰ ਵੀ ਹੈ। ਤੁਹਾਡਾ ਪ੍ਰਬੰਧ ਬੜੀ ਤਗੜੀ ਸੁਰੱਖਿਆ ਜਈ ਦਾ ਲੱਗਦਾ ਹੈ, ਨਾਲੇ ਕੋਈ ਐਡਾ ਜ਼ਰੂਰੀ ਵੀ ਨਹੀਂ। ਮੈਂ ਤਾਂ ਤੁਹਾਡਾ ਤਬੂਕ ਬਣਾਉਣ ਵਾਲਾ ਢਾਂਚਾ ਹੀ ਵੇਖਣਾ ਸੀ, ਪਤਾ ਨਹੀਂ ਉਹ ਵੀ ਤੁਸੀਂ ਕਿਸੇ ਬਾਹਰਲੇ ਨੂੰ ਵਿਖਾਉਂਦੇ ਹੋ ਕਿ ਨਹੀਂ। ਉਹ ਬੰਦਾ ਤੇ ਉਸ ਨਾਲ ਖਲੋਤੇ ਹੋਰ 4-5 ਸੇਵਾਦਾਰ ਇਕੱਠੇ ਹੀ ਬੋਲ ਪਏ, ਨਹੀਂ ਜੀ, ਤੁਹਾਨੂੰ ਸਭ ਕੁਝ ਵਿਖਾ ਦਿਆਂਗੇ, ਬਿਲਕੁਲ ਐਸੀ ਕੋਈ ਗੱਲ ਨਹੀਂ। ਕਿਰਪਾਨ ਤਾਂ ਸਾਡੇ ਡੇਰੇ ਦੇ ਅੰਦਰ ਵੀ ਲੋਕ ਪਾਈ ਫਿਰਦੇ ਹਨ, ਕਿਰਪਾਨ ਨੂੰ ਇੱਥੇ ਬਿਲਕੁਲ ਨਹੀਂ ਰੋਕਿਆ ਜਾਂਦਾ। ਰਹੀ ਰਿਵਾਲਵਰ ਦੀ ਗੱਲ ਤਾਂ ਆਪ ਜੀ ਇੱਕ ਵਾਰ ਆ ਕੇ ਸਾਡਾ ਪ੍ਰਬੰਧ ਵੇਖ ਲਓ, ਜੇ ਆਪ ਨੂੰ ਪਸੰਦ ਨਾ ਆਵੇ ਤਦ ਵੱਖਰੀ ਗੱਲ ਹੈ। ਉਹਨਾਂ ਦੇ ਬਹੁਤ ਕਹਿਣ ਤੇ ਮੈਂ ਅੰਦਰ ਜਾ ਕੇ ਵੇਖਿਆ ਤਾਂ ਉਹਨਾਂ ਨੇ ਇੱਕ ਵੱਡੀ ਸਾਰੀ ਅਲਮਾਰੀ ਤੇ ਇੱਕ ਲੈਜਰਨੁਮਾ ਰਜਿਸਟਰ ਰੱਖਿਆ ਹੋਇਆ ਹੈ। ਉਹਨਾਂ ਮੈਨੂੰ ਸਭ ਕੁਝ ਸਮਝਾਇਆ ਕਿ ਕਿਵੇਂ ਰਿਵਾਲਵਰ ਨੂੰ ਇਸ ਰਜਿਸਟਰ ਵਿੱਚ ਦਰਜ ਕਰਕੇ ਤੁਹਾਨੂੰ ਰਸੀਦ ਦਿਆਂਗੇ ਤੇ ਰਿਵਾਲਵਰ ਉਸ ਅਲਮਾਰੀ ਵਿੱਚ ਸੇਫ ਪਿਆ ਰਹੇਗਾ, ਵਾਪਸ ਆਉਂਦੇ ਲੈ ਜਾਣਾ। ਮੈਨੂੰ ਇਸ ਤਰ੍ਹਾਂ ਖਾਸ ਇਤਰਾਜ਼ ਵੀ ਨਹੀਂ ਸੀ, ਸੋ ਸਭ ਕੁਝ ਕਰ ਕਰਾ ਕੇ ਅੰਦਰ ਚਲੇ ਗਏ। ਸਸਤੀਆਂ ਦੁਕਾਨਾਂ ਤੇ ਕੋਕਾ ਕੋਲਾ ਸ਼ਾਇਦ 4.5 ਰੁਪਏ ਦਾ, ਫਰੂਟੀ ਵੀ ਇੰਨੇ ਕੁ ਦੀ ਹੀ ਸੀ। ਦੁੱਧ ਆਦ ਸਭ ਕੁਝ ਬਗੈਰ ਟੈਕਸੋਂ ਬਹੁਤ ਸਸਤਾ ਸੀ ਤੇ ਇਥੋਂ ਤੱਕ ਕਿ ਲੋਕ ਘਰਾਂ ਨੂੰ ਵੀ ਲਈ ਜਾਂਦੇ ਸਨ। ਰੋਟੀ ਦੀ ਛੁੱਟੀ ਦਾ ਸਮਾਂ ਸੀ ਤੇ ਤਬੂਕ ਬਣਾਉਣ ਵਾਲਾ ਕਾਰਖਾਨਾ ਬੰਦ ਸੀ। ਸਮਾਂ ਕੱਟਣ ਲਈ ਮੈਂ ਲਾਇਬ੍ਰੇਰੀ ਦੇ ਬਾਹਰ ਤੁਰ ਫਿਰ ਕੇ ਸ਼ੀਸ਼ੇ ਵਿੱਚ ਲੱਗੀਆਂ ਕਿਤਾਬਾਂ ਵੇਖਣ ਲੱਗ ਪਿਆ। ਵਿਸ਼ਵ ਸਿੱਖ ਕਾਉਂਸਲ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕਾ ਸਾਂ, ਉਹ ਵੀ ਉਹਨਾਂ ਸਾਲਾਂ ਵਿੱਚ ਜਦੋਂ ਬਾਦਲ ਦਲ ਜਾਂ ਕਿਸੇ ਹੋਰ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਸੀ। ਬਾਅਦ ਵਿੱਚ ਬਾਦਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਤੇ ਸੁਰਜੀਤ ਸਿੰਘ ਬਰਨਾਲੇ ਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਤੌਰ ਜਨਰਲ ਸਕੱਤਰ ਕੰਮ ਕਰਦੇ ਰਹੇ ਸਨ। ਉਹਨਾਂ ਸਾਲਾਂ ਵਿੱਚ ਹਰ ਵੇਲੇ ਸਾਡੇ ਆਲੇ ਦੁਆਲੇ ਮੌਤ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ। ਸਾਡੀ ਵਰਕਿੰਗ ਕਮੇਟੀ ਦੇ ਮੈਂਬਰ ਸਰਦਾਰ ਬਲਦੇਵ ਸਿੰਘ ਘੁੰਮਣ ਪੁਲਿਸ ਕੈਟਾਂ ਦੀ ਗੋਲੀ ਨਾਲ ਮਾਰੇ ਜਾ ਚੁੱਕੇ ਸਨ। ਜਲੰਧਰ ਸ਼ਹਿਰੀ ਦੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਦੇ ਗੋਲੀ ਮਾਰੀ ਗਈ ਸੀ, ਪਰ ਉਹ ਬਚ ਗਏ।
ਕੁਝ ਦਿਨਾਂ ਬਾਅਦ ਕਪੂਰਥਲੇ ਜ਼ਿਲ੍ਹੇ ਵਿੱਚ ਸਰਦਾਰ ਆਤਮਾ ਸਿੰਘ ਸਾਬਕਾ ਵਿਕਾਸ ਮੰਤਰੀ ਦੇ ਘਰ ਗੋਲੀ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਗੋਲੀ ਉਹਨਾਂ ਦੇ ਸਿਰ ਵਿੱਚ ਮਾਰੀ ਗਈ ਸੀ। ਉਹਨਾਂ ਨੇ ਕੁਦਰਤੀ ਹੀ ਮੂੰਹ ਉਤਾਂਹ ਨੂੰ ਚੁੱਕਿਆ ਤਾਂ ਗੋਲੀ ਜੁਬਾੜੇ ਨੂੰ ਚੀਰਦੀ ਹੋਈ ਲੰਘ ਗਈ। ਇਸ ਤਰ੍ਹਾਂ ਚੌਕੰਨੇ ਹੋ ਕੇ ਤੁਰਨ ਤੇ ਹਰ ਵੇਲੇ ਅੱਗਾ ਪਿੱਛਾ ਵੇਖ ਕੇ ਤੁਰਨ ਦੀ ਸਾਨੂੰ ਆਦਤ ਜਿਹੀ ਹੀ ਪੈ ਗਈ ਸੀ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਮੇਰਾ ਪਿੱਛਾ ਕਰ ਰਿਹਾ ਹੋਵੇ। ਆਪਣੇ ਨਾਲ ਦੇ ਦੋ ਰਾਧਾ ਸੁਆਮੀਆਂ ਨੂੰ ਮੈਂ ਇਹ ਖਦਸ਼ਾ ਦੱਸਿਆ ਤਾਂ ਉਹ ਹੱਸ ਪਏ ਤੇ ਕਹਿਣ ਲੱਗੇ, ਨਹੀਂ ਜੀ, ਇਹ ਰੱਬ ਦਾ ਘਰ ਹੈ, ਇੱਥੇ ਇਦਾਂ ਦੀ ਕੋਈ ਗੱਲ ਨਹੀਂ। ਪਰ ਕੁਝ ਚਿਰ ਬਾਅਦ ਮੇਰਾ ਸ਼ੱਕ ਪੱਕਾ ਹੋ ਗਿਆ ਤਾਂ ਮੈਂ ਦੂਰ ਖਲੋਤੇ ਇੱਕ ਬੰਦੇ ਨੂੰ ਹੱਥ ਦਾ ਇਸ਼ਾਰਾ ਕਰਕੇ ਆਪਣੇ ਕੋਲ ਸੱਦਿਆ ਤੇ ਉਹਨੂੰ ਕਿਹਾ, ਮੈਂ ਤਾਂ ਤੁਹਾਡੇ ਬੰਦਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਅੰਦਰ ਨਹੀਂ ਜਾਂਦਾ, ਪਰ ਤੁਸੀਂ ਲੋਕਾਂ ਨੇ ਆਪ ਹੀ ਕਿਹਾ ਆਓ ਆਓ। ਹੁਣ ਇਹ ਦੱਸੋ ਭਈ, ਮੈਂ ਤੁਹਾਡਾ ਕੁਝ ਚੁੱਕ ਕੇ ਲੈ ਜਾਣਾ ਹੈ, ਤੁਸੀਂ ਉਦੋਂ ਤੋਂ ਬਰਾਬਰ ਮੇਰਾ ਪਿੱਛਾ ਕਰ ਰਹੇ ਹੋ। ਉਸ ਬੰਦੇ ਨੇ ਦੂਰ ਦੂਰ ਖਲੋਤੇ ਚਾਰੇ ਪਾਸਿਆਂ ਦੇ ਬੰਦਿਆਂ ਨੂੰ ਵੀ ਬੁਲਾ ਲਿਆ ਤੇ ਹੱਸ ਕੇ ਮੈਨੂੰ ਕਹਿਣ ਲੱਗਾ, ਜੀ ਗੁੱਸਾ ਨਾ ਕਰੋ, ਅਸੀਂ 9 ਜਣੇ ਤੁਹਾਡੀ ਹਿਫਾਜ਼ਤ ਲਈ ਡਿਊਟੀ ਤੇ ਹਾਂ, ਕਿਉਂਕਿ ਅਸਾਂ ਤੁਹਾਡਾ ਹਥਿਆਰ ਜੋ ਸੇਫ ਕਸਟਡੀ ਵਿੱਚ ਰਖਵਾ ਲਿਆ ਹੈ। ਹੁਣ ਤੁਹਾਡੀ ਹਿਫਾਜ਼ਤ ਦੀ ਜ਼ਿੰਮੇਵਾਰੀ ਸਾਡੀ ਹੀ ਬਣਦੀ ਹੈ ਨਾ। ਜਦੋਂ ਅਸਾਂ ਵੇਖਿਆ ਕਿ ਤੁਹਾਡਾ ਰਿਵਾਲਵਰ ਪਾਬੰਦੀਸ਼ੁਦਾ ਬੋਰ ਦਾ ਹੈ ਤਾਂ ਸਾਡੇ ਚੀਫ ਸਿਕਿਉਰਿਟੀ ਕਮਾਂਡਰ ਨੇ 6 ਬੰਦੇ ਹੋਰ ਡਿਊਟੀ ਤੇ ਭੇਜ ਦਿੱਤੇ, ਨਹੀਂ ਤਾਂ ਪਹਿਲਾਂ ਤਾਂ ਅਸੀਂ 3 ਜਣੇ ਹੀ ਸਾਂ। ਉਹਨਾਂ ਮੈਨੂੰ ਇਹ ਵੀ ਦੱਸਿਆ ਕਿ ਰਾਜ ਕ੍ਰਿਸ਼ਨ ਬੇਦੀ, ਜਿਹੜੇ ਖੰਨੇ ਪੁਲਿਸ ਜ਼ਿਲ੍ਹੇ ਦੇ SSP ਰਹਿ ਚੁੱਕੇ ਹਨ, ਰਿਟਾਇਰ ਹੋ ਕੇ ਇੱਥੇ ਚੀਫ ਸਿਕਿਉਰਿਟੀ ਕਮਾਂਡਰ ਹਨ। ਬੇਦੀ ਸਾਹਿਬ ਤਾਂ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ, ਕਿਉਂਕਿ ਜਲੰਧਰ ਉਹ SPD ਸਨ ਤੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਕਈ ਵਾਰ ਫੜ ਕੇ ਲਿਆਂਦੇ ਖਾੜਕੂ ਛਡਾਉਣ ਲਈ ਉਹਨਾਂ ਨੂੰ ਮਿਲਣਾ ਪੈਂਦਾ ਸੀ। ਉਹਨਾਂ ਦਾ ਆਪਣਾ ਜਵਾਨ ਲੜਕਾ ਵੀ ਖਾੜਕੂਆਂ ਨੇ ਮਾਰ ਦਿੱਤਾ ਸੀ। ਇਸੇ ਲਈ ਹੀ ਇਸ ਤਰ੍ਹਾਂ ਦੇ ਫੱਟ ਖਾਦੇ ਅਫਸਰਾਂ ਨੂੰ ਸਰਕਾਰ ਨੇ ਚੁਣ ਚੁਣ ਕੇ ਜ਼ਿਲ੍ਹਿਆਂ ਵਿੱਚ ਲਾਇਆ ਸੀ, ਤਾਂ ਕਿ ਇਹ ਖਾੜਕੂਆਂ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਨ, ਬਲਕਿ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਹੀ ਦੇਣ। ਬੇਦੀ ਸਾਹਿਬ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਹਨ ਤੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿੱਚੋਂ ਦੱਸਦੇ ਹਨ ਤੇ ਮੂੰਹ ਦੇ ਬਹੁਤ ਮਿੱਠੇ ਹਨ, ਪਰ ਕਹਿੰਦੇ ਹਨ ਕਿ ਸ਼ੱਕ ਵਿੱਚ ਫੜ ਕੇ ਲਿਆਂਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਨ ਲੱਗਿਆਂ ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਇਸੇ ਲਈ ਹੀ ਬਾਅਦ ਵਿੱਚ ਉਹਨਾਂ ਨੂੰ ਤਰੱਕੀ ਦੇ ਕੇ ਨਵੇਂ ਬਣੇ ਪੁਲਿਸ ਜ਼ਿਲ੍ਹੇ ਦਾ SSP ਲਾ ਦਿੱਤਾ ਗਿਆ ਸੀ। ਜਦੋਂ ਅਸਾਂ ਫਿਰ ਤੁਰ ਕੇ ਸਾਰਾ ਡੇਰਾ ਵੇਖ ਲਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, ਜੀ ਹੁਣ ਪ੍ਰਸ਼ਾਦਾ ਛਕ ਲਓ, ਬਸ ਆ ਨਾਲ ਹੀ ਮੈਸ ਹੈ, ਤੁਹਾਡੇ ਖਾਣੇ ਵਾਸਤੇ ਪਰਚੀਆਂ VIP ਵਿਭਾਗ ਵਿੱਚੋਂ ਆ ਗਈਆਂ ਹਨ। ਮੈਨੂੰ ਇਹ ਸਭ ਕੁਝ ਵੇਖ ਕੇ ਤੇ ਸੁਣ ਕੇ ਹੈਰਾਨੀ ਹੋ ਰਹੀ ਸੀ। ਹੱਦ ਹੋ ਗਈ। ਇਸ ਤਰ੍ਹਾਂ ਦੇ ਪ੍ਰੇਮ ਪੂਰਵਕ ਵਿਹਾਰ ਨਾਲ ਕੋਈ ਸਿੱਖ ਕਿਵੇਂ ਨਾ ਰਾਧਾ ਸੁਆਮੀਆਂ ਵੱਲ ਖਿੱਚਿਆ ਜਾਵੇਗਾ। ਸੁੰਦਰਤਾ ਉਹ ਜਿਹਦੀ ਸੌਂਕਣ ਵੀ ਤਾਰੀਫ ਕਰੇ। ਮੇਰਾ ਆਪਣਾ ਭਾਈਚਾਰਾ ਕਿਸੇ ਵੱਡੇ ਤੋਂ ਵੱਡੇ ਅਹੁਦੇਦਾਰ ਨੂੰ ਵੀ ਟਕੇ ਸਿਰ ਨਹੀਂ ਪੁੱਛਦਾ, ਪਰ ਇਹ ਕਿੰਨਾ ਮਾਣ ਸਤਿਕਾਰ ਦੇ ਰਹੇ ਹਨ। ਫਿਰ ਮੈਂ ਕੰਮ ਤਾਂ ਆਪਣੇ ਆਇਆ ਹਾਂ, ਇਹਨਾਂ ਨੇ ਮੇਰੇ ਕੋਲੋਂ ਕੀ ਲੈਣਾ ਹੈ। ਇੱਕ ਵੱਡੇ ਸਾਰੇ ਛੱਡ ਵਿੱਚ ਸਟੀਲ ਦੇ ਮੇਜ਼ ਲੱਗੇ ਹੋਏ ਸਨ। ਸਜੀਆਂ ਸਜਾਈਆਂ ਥਾਲੀਆਂ ਹਰ ਬੰਦੇ ਅੱਗੇ ਆ ਜਾਂਦੀਆਂ ਹਨ। ਕਈ ਤਰ੍ਹਾਂ ਦੇ ਲੰਗਰ ਹਨ। ਸਿੱਖਾਂ ਵਾਂਗ ਲੰਗਰ ਮੁਫਤ ਨਹੀਂ, ਪੈਸੇ ਲੈ ਕੇ ਹੈ। ਥਾਲੀਆਂ ਦੇ ਹਿਸਾਬ ਪੈਸੇ ਲੈਂਦੇ ਹਨ। 5 ਜਾਂ 7 ਰੁਪਏ ਥਾਲੀ, 20 ਰੁਪਏ ਕੰਟੀਨੈਂਟਲ ਫੂਡ ਦੀ ਥਾਲੀ ਹੈ। ਰੋਟੀਆਂ ਪਕਾਉਣ ਵਾਲਾ ਕੋਈ ਨਹੀਂ, ਮਸ਼ੀਨ ਨਾਲ ਰੋਟੀਆਂ ਪੱਕਦੀਆਂ ਹਨ ਤੇ ਵੱਡੇ ਵੱਡੇ ਬਿਜਲੀ ਦੇ ਪਤੀਲਿਆਂ ਵਿੱਚ ਸਬਜ਼ੀਆਂ ਬਣਦੀਆਂ ਹਨ। ਇਹ ਬੰਦ ਪਤੀਲੇ ਉਦੋਂ ਖੁੱਲਦੇ ਹਨ ਜਦੋਂ ਸਬਜ਼ੀ ਤਿਆਰ ਹੋ ਜਾਂਦੀ ਹੈ। ਬਣਦੀ ਚੀਜ਼ ਨੂੰ ਕਿਤੇ ਨੰਗਾ ਹੱਥ ਨਹੀਂ ਲੱਗਦਾ। ਬੜੇ ਸਾਫ਼ ਸੁਥਰੇ ਤਰੀਕੇ ਨਾਲ ਖਾਣਾ ਤਿਆਰ ਹੁੰਦਾ ਹੈ। ਇੱਕ ਚੀਜ਼ ਮੈਂ ਉਚੇਚੇ ਤੌਰ ਤੇ ਇਹ ਵੇਖੀ ਕਿ ਹਰ ਕੋਈ ਆਪਣੇ ਧਿਆਨ ਰੋਟੀ ਖਾਈ ਜਾਂਦਾ ਹੈ।
ਤੇ ਇਹ ਵਰਤਾਵੇ ਵਰਤਾਈ ਜਾਂਦੇ ਹਨ। ਮੈਨੂੰ ਉੱਥੇ ਹੀ ਕਿਸੇ ਨੇ ਦੱਸਿਆ ਕਿ ਭੰਡਾਰੇ ਦੇ ਦਿਨਾਂ ਵਿੱਚ 10 ਲੱਖ ਬੰਦਾ ਥਾਲੀਆਂ, ਗਲਾਸਾਂ ਤੇ ਕਵਲੀਆਂ ਨਾਲ ਇੱਕੋ ਵਾਰ ਪੰਗਤ ਲੱਗ ਕੇ ਰੋਟੀ ਖਾ ਸਕਦਾ ਹੈ। ਵਰਤਾਵਿਆਂ ਦਾ ਨੈਟਵਰਕ ਇੰਨਾ ਮਿਣਿਆ ਤੁਲਿਆ ਤੇ ਵਿਗਿਆਨਕ ਢੰਗ ਨਾਲ ਚੱਲਦਾ ਹੈ ਕਿ ਲੋਕ ਦੰਗ ਰਹਿ ਜਾਂਦੇ ਹਨ। ਜਿੱਧਰ ਲੋੜ ਹੋਵੇ ਵਰਤਾਵਿਆਂ ਨੂੰ ਉਧਰ ਜਾਣ ਦਾ ਹੁਕਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਹਰ ਬੰਦੇ ਦੀ ਲੋੜ ਪੂਰੀ ਹੋ ਜਾਂਦੀ ਹੈ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।